26 ਜਨਵਰੀ ਨੂੰ ਲਾਲ ਕਿਲੇ ਵਿੱਚ ਝੰਡਾ ਲਹਿਰਾਉਣ ਦੇ ਪੂਰੇ ਪ੍ਰਸੰਗ ਨੂੰ ਜੋ ਰੰਗ ਦਿੱਤਾ ਗਿਆ, ਉਸ ਦਰਮਿਆਨ ਕਈ ਸਵਾਲ ਉੱਠ ਖੜੇ ਹੋਏ। ਤਿਰੰਗੇ ਦੇ ਅਪਮਾਨ ਦੀ ਸਭ ਤੋਂ ਉੱਚੀ ਸੁਰ ਆਰਐਸਐਸ ਦੇ ਲਾਣੇ ਬਾਣੇ ਨੇ ਬੁਲੰਦ ਕੀਤੀ ਤਾਂ ਸੋਸ਼ਲ ਮੀਡੀਆ ਤੇ ਇਹਨਾਂ ਦਾ ਇਤਿਹਾਸ ਗਿਣ ਝਾੜ ਝੰਬ ਵੀ ਹੋਣ ਲੱਗ ਪਈ ਕਿ ਇਹਨਾਂ ਦੀ ਤਿਰੰਗੇ ਨੂੰ ਲੈ ਕੇ ਕੀ ਭਾਵਨਾ ਰਹੀ ਹੈ। ਤਾਂ ਇਸ ਦਰਮਿਆਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਗਣਤੰਤਰ ਦਿਹਾੜੇ ਦੀ ਹਿੰਸਾ ਦੀ ਨਿੰਦਾ ਕਰਨ ਦੇ ਕੁਝ ਦਿਨ ਬਾਅਦ ਵੰਚਿਤ ਬਹੁਜਨ ਅਗਾੜੀ VBA ਪਾਰਟੀ ਦੇ ਪ੍ਰਧਾਨ ਪ੍ਰਕਾਸ਼ ਅੰਬੇਦਕਰ ਨੇ ਰਾਸ਼ਟਰਪਤੀ ਨੂੰ ਯਾਦ ਦਿਵਾਇਆ ਕਿ ਆਰਐਸਐਸ ਨੇ 1940 ਦੇ ਅਖੀਰ ਵਿੱਚ ਤਿਰੰਗੇ ਦਾ ਅਪਮਾਨ ਕੀਤਾ ਸੀ। ਉਸ ਬਾਰੇ ਉਹ ਕੀ ਕਹਿਣਗੇ। ਇੱਕ ਟਵੀਟ ਵਿੱਚ ਉਹਨਾਂ ਨੇ ਲਿਖਿਆ ਕਿ ਸਤਿਕਾਰਯੋਗ ਸ਼੍ਰੀਮਾਨ ਰਾਸ਼ਟਰਪਤੀ ਜੀ, ਤੁਹਾਨੂੰ ਬਹੁਤ ਦੁੱਖ ਅਤੇ ਅਫਸੋਸ ਨਾਲ ਯਾਦ ਕਰਵਾਉਣਾ ਮਹੱਤਵਪੂਰਨ ਹੈ ਕਿ ਆਰਐਸਐਸ ਜਿਸ ਨੇ ਤੁਹਾਨੂੰ ਰਾਸ਼ਟਰਪਤੀ ਬਣਾਇਆ ਸੀ ਨੇ 1949 ਵਿੱਚ ਸਰਦਾਰ ਪਟੇਲ ਨੂੰ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਨਾ ਕਰਨ ਨੂੰ ਲੈ ਕੇ ਵਾਅਦਾ ਕਰਦਿਆਂ ਲਿਖਤੀ ਭਰੋਸਾ ਦਿੱਤਾ ਸੀ। ਉਸਨੇ ਇਹ ਵੀ ਲਿਖਿਆ ਕਿ ਹਾਲਾਂਕਿ ਆਰਐਸਐਸ ਨੇ ਰਾਸ਼ਟਰੀ ਝੰਡਾ ਲਹਿਰਾਇਆ, ਪਰ ਇਸਨੇ ਵੀ ਉਸ ਪੱਧਰ ਤੇ ਆਪਣੇ ਝੰਡੇ ਨੂੰ ਉਸੇ ਉਚਾਈ ਤੇ ਹਮੇਸ਼ਾ ਬੁਲੰਦ ਰੱਖਿਆ ਹੈ ਕਿ ਤੁਸੀਂ ਭੁੱਲ ਗਏ ਹੋ। ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੇ ਲਿਖਿਆ ਕਿ ਕਿਸਾਨਾਂ ਨੇ ਰਾਸ਼ਟਰੀ ਝੰਡਾ ਨਹੀਂ ਹਟਾਇਆ, ਇਸ ਦੀ ਬਜਾਏ ਸਿੱਖ ਕੌਮ ਅਤੇ ਕਿਸਾਨਾਂ ਦਾ ਝੰਡਾ ਤਿਰੰਗੇ ਤੋਂ 15 ਫੁੱਟ ਹੇਠਾਂ ਰੱਖਿਆ ਸੀ। ਅਸਲ ਵਿੱਚ ਬੇਇੱਜ਼ਤੀ ਕਿੱਥੇ ਸੀ? ਜੇ ਤੁਸੀਂ ਸੱਚਮੁੱਚ ਇਹ ਅਪਮਾਨਜਨਕ ਪਾਇਆ ਤਾਂ 15 ਅਗਸਤ 1949 ਨੂੰ ਕਾਲਾ ਦਿਵਸ ਮਨਾਉਣ ਲਈ ਆਰਐਸਐਸ ਦੀ ਨਿੰਦਾ ਕਿਉਂ ਨਹੀਂ ਕੀਤੀ? ਉਸਨੇ ਟਵੀਟ ਬਜਟ ਸੈਸ਼ਨ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਤੋਂ ਕੁਝ ਦਿਨ ਬਾਅਦ ਆਏ ਹਨ। ਰਾਸ਼ਟਰਪਤੀ ਨੇ ਰਿਪਬਲਿਕ ਡੇ ਹਿੰਸਾ ਦੀ ਨਿੰਦਾ ਕੀਤੀ ਸੀ। ਸੰਬੋਧਨ ਦੌਰਾਨ ਉਹਨਾਂ ਨੇ ਗਣਤੰਤਰ ਦਿਹਾੜੇ ਤੇ ਕਿਸਾਨਾਂ ਦੇ ਮਾਰਚ ਅਤੇ ਲਾਲ ਕਿਲੇ ਦੀ ਬੇਅਦਬੀ ਕਰਨ ਦੀ ਉਹਨਾਂ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ, ਜਿੱਥੇ ਪ੍ਰਧਾਨ ਮੰਤਰੀ ਹਰ ਸਾਲ ਆਜ਼ਾਦੀ ਦਿਹਾੜੇ ਤੇ ਤਿਰੰਗਾ ਲਹਿਰਾਉਂਦੇ ਹਨ। ਇਹ ਜ਼ਿਕਰੇ ਖਾਸ ਹੈ ਕਿ ਗਣਤੰਤਰ ਦਿਹਾੜੇ ਤੇ ਪ੍ਰਦਰਸ਼ਨਕਾਰੀ ਕਿਸਾਨ ਇੱਕ ਟਰੈਕਟਰ ਰੈਲੀ ਦੌਰਾਨ ਰਾਜਧਾਨੀ ਦੇ ਲਾਲ ਕਿਲੇ ਵਿੱਚ ਜਾ ਵੜੇ ਸਨ, ਜਦੋਂ ਕਿ ਪੁਲਿਸ ਨੇ ਉਹਨਾਂ ਨੂੰ ਕੇਂਦਰੀ ਦਿੱਲੀ ਵੱਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਕਿਸਾਨਾਂ ਨੇ 17ਵੀਂ ਸਦੀ ਦੀ ਇਸ ਮਹਾਨ ਸਮਾਰਕ ਵਿੱਚ ਦਾਖਲਾ ਲਿਆ। ਇਸ ਤੇ ਤਲਵਾਰਾਂ ਸਮੇਤ ਚੜ੍ਹੇ ਅਤੇ ਨਿਸ਼ਾਨ ਸਾਹਿਬ ਸਮੇਤ ਕਿਸਾਨ ਯੂਨੀਅਨ ਦੇ ਝੰਡੇ ਅਤੇ ਬੈਨਰ ਲਹਿਰਾਏ ਗਏ, ਪਰ ਇਸ ਦੌਰਾਨ ਕੌਮੀ ਝੰਡੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਜਿਹੋ ਜਿਹਾ ਪ੍ਰਚਾਰ ਕੀਤਾ ਗਿਆ। ਹਾਲਾਂਕਿ ਮੀਡੀਆ ਦੇ ਇੱਕ ਧੜੇ ਵੱਲੋਂ ਇਹ ਭੰਡੀ ਪ੍ਰਚਾਰ ਵੀ ਲਗਾਤਾਰ ਕੀਤਾ ਗਿਆ ਕਿ ਲਹਿਰਾਇਆ ਗਿਆ ਝੰਡਾ ਖਾਲਿਸਤਾਨੀ ਸੀ। ਮਜਬੂਰੀ ਇਹ ਹੈ ਕਿ ਅੱਜ ਵੀ ਇੱਕ ਆਮ ਭਾਰਤੀ ਨੂੰ ਤਿਰੰਗਾ ਹੱਥ ਵਿੱਚ ਲੈ ਕੇ ਦੇਸ਼ ਦੇ ਨਾਮ ਤੇ ਭਾਵੁਕ ਕੀਤਾ ਜਾ ਸਕਦਾ ਹੈ, ਕਿਉਂਕਿ ਤਿਰੰਗਾ ਭਾਰਤ ਦੀ ਸੁਤੰਤਰਤਾ ਅਤੇ ਮਾਣ ਸਨਮਾਨ ਦਾ ਸਭ ਤੋਂ ਮਹਾਨ ਪ੍ਰਤੀਕ ਹੈ। ਭਾਰਤ ਦੀ ਸੰਵਿਧਾਨ ਸਭਾ ਨੇ 22 ਜੁਲਾਈ 1947 ਨੂੰ ਜਿਸ ਤਿਰੰਗੇ ਨੂੰ ਅੰਗੀਕਾਰ ਕੀਤਾ ਸੀ, ਉਹ ਦਰਅਸਲ ਭਾਰਤੀ ਰਾਸ਼ਟਰੀ ਕਾਂਗਰਸ ਦੇ ਝੰਡੇ ਦਾ ਸੋਧਿਆ ਰੂਪ ਸੀ। ਕੌਮੀ ਝੰਡੇ ਤੇ ਪ੍ਰਸਤਾਵ ਨੂੰ ਰੱਖਦੇ ਹੋਏ ਨਹਿਰੂ ਜਾਣਦੇ ਸਨ ਕਿ ਆਰਐਸਐਸ ਅਤੇ ਹਿੰਦੂ ਮਹਾਸਭਾ ਵਰਗੇ ਸੰਪਰਦਾਇਕ ਦਲ ਝੰਡੇ ਦੀ ਸੰਪਰਦਾਇਕ ਵਿਆਖਿਆ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਲਈ ਪਹਿਲਾਂ ਦੀਆਂ ਵਿਆਖਿਆਵਾਂ ਦੇ ਇਤਰ ਉਹ ਤਿਰੰਗੇ ਦੇ ਤਿੰਨਾਂ ਰੰਗਾਂ ਦੀ ਇੱਕ ਧਰਮੇਤਰ ਵਿਆਖਿਆ ਕਰਨਾ ਚਾਹੁੰਦੇ ਸਨ ਤਾਂ ਕਿ ਸੰਪਰਦਾਇਕ ਦਲ ਇਸ ਦੀ ਆੜ ਵਿੱਚ ਆਪਣੀ ਵਿਭਾਜਨਕਾਰੀ ਵੰਡ ਪਾਊ ਏਜੰਡਾ ਅੱਗੇ ਨਾ ਵਧਾ ਸਕਣ, ਕਿਉਂਕਿ ਤਿਰੰਗਾ ਝੰਡੇ ਦੇ ਖਿਲਾਫ ਆਰਐਸਐਸ ਅਤੇ ਹਿੰਦੂ ਮਹਾਸਭਾ ਦੇ ਆਗੂ ਜ਼ਹਿਰ ਉਗਲਦੇ ਆ ਰਹੇ ਸਨ। ਆਰਐਸਐਸ ਦੇ ਦੂਜੇ ਸਰਸੰਘ ਚਾਲਕ ਗੋਵਲਕਰ ਨੇ ਗੁਰੂ ਪੂਰਨਿਮਾ ਦੇ ਅਵਸਰ ਤੇ ਇੱਕ ਆਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਸਾਫ਼ ਕਿਹਾ ਸੀ ਕਿ ਸਿਰਫ ਅਤੇ ਸਿਰਫ ਭਗਵਾਨ ਝੰਡਾ ਹੀ ਭਾਰਤੀ ਸੰਸਕ੍ਰਿਤੀ ਨੂੰ ਪੂਰੀ ਤਰ੍ਹਾਂ ਨੁਮਾਇੰਦਗੀ ਕਰਦਾ ਹੈ। ਸਾਨੂੰ ਪੂਰਾ ਯਕੀਨ ਹੈ, ਉਹਨਾਂ ਨੇ ਅੱਗੇ ਕਿਹਾ ਸੀ, ਕਿ ਅੰਤ ਪੂਰਾ ਦੇਸ਼ ਭਗਵੇ ਝੰਡੇ ਦੇ ਸਾਹਮਣੇ ਹੀ ਆਪਣਾ ਸਿਰ ਝੁਕਾਏਗਾ। ਇਸੇ ਤਰ੍ਹਾਂ ਹਿੰਦੂ ਮਹਾਸਭਾ ਦੇ ਨੇਤਾ VD ਸਾਵਰਕਰ ਨੇ ਸੰਵਿਧਾਨ ਸਭਾ 'ਚ ਕਿਹਾ ਸੀ ਕਿ ਭਾਰਤ ਦਾ ਪ੍ਰਤੀਕ ਸਿਰਫ ਭਗਵਾਂ ਗੇਰੂ ਰੰਗ ਹੀ ਹੋ ਸਕਦਾ ਹੈ। ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਕਿਸੇ ਝੰਡੇ 'ਚ ਘੱਟ ਤੋਂ ਘੱਟ ਇੱਕ ਪੱਟੀ ਵੀ ਭਗਵਾਂ ਨਹੀਂ ਹੋਵੇਗੀ ਤਾਂ ਹਿੰਦੂ ਉਸ ਨੂੰ ਆਪਣਾ ਝੰਡਾ ਨਹੀਂ ਮੰਨਣਗੇ। ਸਵਾਲ ਉੱਠਦਾ ਹੈ ਕਿ ਜਦੋਂ ਕੇਸਰੀਆ ਰੰਗ ਦੇ ਝੰਡੇ 'ਚ ਪਹਿਲਾਂ ਤੋਂ ਹੀ ਮੌਜੂਦ ਸਨ, ਸਾਵਰਕਰ ਅਤੇ ਗੋਵਲਕਰ ਆਦਿ ਉਸ ਰੰਗ ਦੀ ਵੱਖਰੀ ਵਿਆਖਿਆ ਕਿਉਂ ਕਰਨਾ ਚਾਹੁੰਦੇ ਸਨ, ਜਾਂ ਜੇਕਰ ਉਹ ਅਲੱਗ ਵਿਆਖਿਆ ਕਰਨਾ ਚਾਹ ਹੀ ਰਹੇ ਸਨ ਤਾਂ ਉਸ 'ਚ ਗਲਤ ਕੀ ਸੀ? ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਹਿੰਦੂ ਮਹਾਸਭਾ ਅਤੇ ਆਰਐਸਐਸ ਉਸੇ ਟਰਰੇ ਤੇ ਸੋਚ ਰਹੇ ਸਨ ਜਿਸ ਤੇ ਚੱਲ ਕੇ ਮੁਸਲਿਮ ਲੀਗ ਨੇ ਮੁਸਲਮਾਨਾਂ ਦੇ ਨਾਮ ਤੇ ਪਾਕਿਸਤਾਨ ਬਣਾ ਲਿਆ ਸੀ। ਉਹਨਾਂ ਦੀ ਦੇਸ਼ ਦੀ ਪਰਿਭਾਸ਼ਾ ਬੇਹੱਦ ਸੁੰਗੜੀ ਹੋਈ ਸੀ, ਜਿਸ ਵਿੱਚ ਪਾਕਿਸਤਾਨ ਬਣ ਜਾਣ ਵਰਗੇ ਹੀ ਖਤਰੇ ਛੁਪੇ ਹੋਏ ਸਨ। ਉਹਨਾਂ ਦਾ ਭਗਵਾਂ ਭਾਰਤ ਦੇ ਹੋਰ ਸਾਰੇ ਅਲਪ ਸੰਖਿਅਕ ਦੇ ਉੱਪਰ ਹਿੰਦੂਆਂ ਦੇ ਪ੍ਰਭਾਵ ਦਾ ਹਾਮੀ ਸੀ, ਜਿਸ ਵਿੱਚ ਈਸਾਈ ਅਤੇ ਮੁਸਲਮਾਨ ਸਮੇਤ ਸਾਰੇ ਗੈਰ ਹਿੰਦੂ ਦੋਵੇਂ ਦਰਜੇ ਦੇ ਨਾਗਰਿਕ ਬਣ ਜਾਂਦੇ। ਬਹਿਰਹਾਲ ਸਾਵਰਕਰ ਦੇ ਹਿਸਾਬ ਨਾਲ ਹਿੰਦੁਸਤਾਨ ਦਾ ਅਧਿਕਾਰਿਕ ਝੰਡਾ ਸਿਰਫ ਅਤੇ ਸਿਰਫ ਕੁੰਡਲਿਨੀ ਅਤੇ
ਕੁਰਬਾਨ ਦੇ ਨਾਲ ਭਗਵਾਨ ਤਵਾਜੀ ਹੋ ਸਕਦਾ ਸੀ। ਨਾਲ ਹੀ ਉਹਨਾਂ ਨੇ ਸਾਫ਼ ਐਲਾਨ ਦਿੱਤਾ ਸੀ ਕਿ ਹਿੰਦੂ ਕਿਸੇ ਵੀ ਕੀਮਤ ਤੇ ਵਫਾਦਾਰੀ ਦੇ ਨਾਲ ਅਖਿਲ ਹਿੰਦੂ ਧਵਜ ਜਾਨੀ ਭਗਵਾਨ ਝੰਡੇ ਦੇ ਸਿਵਾ ਕਿਸੇ ਹੋਰ ਝੰਡੇ ਨੂੰ ਸਲਾਮ ਨਹੀਂ ਕਰ ਸਕਦੇ। ਇਸੇ ਤਰਜ਼ ਤੇ ਗੋਵਲਕਰ ਨੇ ਇੱਕ ਖਬਰਦਾਰ ਕੀਤਾ ਸੀ ਕਿ ਇਹ ਤਿਰੰਗਾ ਕਦੇ ਵੀ ਹਿੰਦੂਆਂ ਦੇ ਦੁਆਰਾ ਨਾ ਅਪਣਾਇਆ ਜਾਵੇਗਾ, ਨਾ ਹੀ ਸਨਮਾਨਿਤ ਹੋਵੇਗਾ। ਉਹਨਾਂ ਦੇ ਮੁਤਾਬਕ ਤਿੰਨ ਦਾ ਸ਼ਬਦ ਤਾਂ ਆਪਣੇ ਆਪ ਵਿੱਚ ਹੀ ਸ਼ੁਭ ਹੈ ਅਤੇ ਤਿੰਨ ਰੰਗਾਂ ਦਾ ਧਵਜ ਨਿਸ਼ਚਿਤ ਹੀ ਬਹੁਤ ਬੁਰਾ ਮਨੋਵਿਗਿਆਨਿਕ ਪ੍ਰਭਾਵ ਪਾਵੇਗਾ ਅਤੇ ਦੇਸ਼ ਦੀ ਸਿਹਤ ਦੇ ਲਈ ਹਾਨੀਕਾਰਕ ਹੋਵੇਗਾ। ਇਹ ਵਿਚਾਰ ਉਹਨਾਂ ਵੱਲੋਂ ਪ੍ਰਗਟਾਏ ਗਏ ਸਨ। ਇਹੀ ਵਜ੍ਹਾ ਹੈ ਕਿ ਆਰਐਸਐਸ ਕਦੀ ਵੀ ਤਿਰੰਗੇ ਨੂੰ ਭਾਰਤੀ ਝੰਡੇ ਦਾ ਧਵਜ ਨਹੀਂ ਮੰਨਦਾ। ਆਜ਼ਾਦੀ ਦੇ ਬਾਅਦ ਵੀ ਆਰਐਸਐਸ ਅਤੇ ਹਿੰਦੂ ਮਹਾਸਭਾ ਨੇ ਖੁਦ ਨੂੰ ਵੰਡ ਪਾਉ ਅਤੇ ਭਗਵਾ ਝੰਡੇ ਨੂੰ ਰਾਸ਼ਟਰ ਧਵਜ ਨਾ ਮੰਨਣ ਦੀ ਵਜ੍ਹਾ ਨਾਲ ਉਤਸ਼ਾਹ ਤੋਂ ਦੂਰ ਰੱਖਿਆ ਹੈ। ਜਦੋਂ ਤੱਕ ਆਰਐਸਐਸ ਦੇਸ਼ ਦੀ ਰਾਜਨੀਤੀ ਦੀ ਮੁੱਖ ਧਾਰਾ ਤੋਂ ਦੂਰ ਰਹੀ, ਤਿਰੰਗੇ ਅਤੇ ਭਾਰਤੀ ਸੰਵਿਧਾਨਿਕਤਾ ਸੰਘਰਸ਼ ਨੂੰ ਲੈ ਕੇ ਉਸ ਦੀ ਰਾਏ ਦਾ ਕੋਈ ਵੱਡਾ ਮਹੱਤਵ ਨਾ ਰਿਹਾ। ਪਰ ਇੱਕ ਵਾਰ ਰਾਜਨੀਤਿਕ ਪਰਿਦ੍ਰਿਸ਼ ਤੇ ਹਾਵੀ ਹੁੰਦਿਆਂ ਹੀ ਉਸਨੇ ਦੇਸ਼ ਦਾ ਰੁਖ ਸਮਝਣਾ ਸਿਰਫ ਤਿਰੰਗਾ ਬਲਕਿ ਸਵਾਧੀਨਤਾ ਸੰਘਰਸ਼ ਨੂੰ ਆਪਣੀਆਂ ਆਪੱਤੀਆਂ ਨੂੰ ਵੀ ਕਾਲੀਨ ਦੇ ਨੀਚੇ ਸਰਕਾ ਦੇਣ ਦੀ ਭਲਾਈ ਸਮਝੀ ਅਤੇ ਤਿਰੰਗੇ ਨੂੰ ਅਪਣਾ ਲਿਆ। ਇਸ ਲਈ ਇਹ ਨਵੇਂ ਦੇਸ਼ ਭਗਤ ਹਰ ਜਗ੍ਹਾ ਤਿਰੰਗੇ ਨੂੰ ਇਸ ਦੇ ਵਿਚਾਰ, ਭਾਵਨਾ ਅਤੇ ਪ੍ਰਤੀਕਾਤਮਕ ਮਹੱਤਵ ਤੋਂ ਵੱਧ ਉਸ ਦੀ ਲੰਬਾਈ, ਚੌੜਾਈ ਅਤੇ ਉਚਾਈ ਤੇ ਧਿਆਨ ਦਿੰਦੇ ਹਨ। ਉਹ ਲੋਕਾਂ ਨੂੰ ਇੰਨੀ ਵਾਰ ਤਿਰੰਗਾ ਦਿਖਾ ਦੇਣਾ ਚਾਹੁੰਦੇ ਹਨ ਕਿ ਲੋਕਾਂ ਨੂੰ ਯਕੀਨ ਹੋ ਜਾਵੇ ਕਿ ਉਹ ਹੀ ਦੇਸ਼ ਵਿੱਚ ਇਕਲੌਤੇ ਦੇਸ਼ ਭਗਤ ਹਨ। ਇਹ ਉਹਨਾਂ ਦੇ ਅੰਦਰ ਦਾ ਭੈ ਅਤੇ ਆਤਮ ਵਿਸ਼ਵਾਸਹੀਣਤਾ ਹੈ ਜੋ ਇਹਨਾਂ ਨੂੰ ਇਸ ਹੱਦ ਤੱਕ ਲੈ ਗਈ ਹੈ। ਹੁਣ ਕਿਉਂਕਿ ਤਿਰੰਗੇ ਨੂੰ ਲੈ ਕੇ ਖੁਦ ਆਰਐਸਐਸ ਦਾ ਇਤਿਹਾਸ ਵੀ ਕੋਈ ਸਾਫ਼ ਸੁਥਰਾ ਨਹੀਂ, ਇਸ ਲਈ ਉਹ ਅਤੇ ਉਹਨਾਂ ਵੱਲੋਂ ਨਿਯੰਤਰਿਤ ਸਰਕਾਰ ਨੂੰ ਵੀ ਆਤਮ ਸੁਧਾਰ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਪਰ ਫਿਲਹਾਲ ਜਿਸ ਤਰ੍ਹਾਂ ਦਾ ਵਿਮਰਸ਼ ਉਸਾਰਿਆ ਜਾ ਰਿਹਾ ਹੈ ਉਹ ਆਪਣੇ ਆਪ ਵਿੱਚ ਹੀ ਵੱਡੇ ਸਵਾਲ ਖੜੇ ਕਰਨ ਵਾਲਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।